ਅੱਜ ਧੂਰੀ ਦੇ ਵਿੱਚ ਵਣ ਮਹਾਉਤਸਵ ਦੇ ਮੌਕੇ ਤੇ ਬਹੁਤ ਸਾਰੀਆਂ ਜਨਹਿਤ ਸਕੀਮਾਂ ਨੂੰ ਲਾਂਚ ਕਰਨ ਦੇ ਮੌਕੇ ਤੇ ਇਕੱਠੇ ਹੋਏ। ਸਟੇਜ ਤੇ ਸ਼ੋਭਿਤ मेरी सरकार दे कैबिनेट दे साथी वित्त मंत्री हरपाल चीमा जी, शहरी योजना ते विकास मंत्री अमन अरोड़ा जी, वातावरण अते खेड मंत्री मीत हेयर जी, MLA लहरा गागा वरिंदर गोयल जी, MLA संगरूर छोटी भैन नरेंद्र भराज, MLA भदौड़ लाभ सिंह उग्गो के, MLA महल कलां कुलवंत पंडोरी जी, MLA अमरगढ़ गज्जन माजरा साहब, MLA मलेरकोटला जमीलुर रहमान जी, MLA धूरी मैं। बहुत बहुत थोड़ा धन्यवाद। तुसी सत्कारयोग बजुर्ग नौजवान वीर मामा भैन छोटे बच्चे साडी पार्टी दे सीनियर अहुदेदार साहबान वलंटियर साहबान अपने मोटरसाइकिलों च आप तेल पवा के पंजाब दी तरक्की दी अग अपने दिल च लैके साडा हौसला वधाउण लई साडे नाल लड़े, साथों वध टाइम इस बदलाव वास्ते दिता। मैं तुहाडा सारा दा धन्नवादी हां। चलिया होया एक एक कदम साडे सिर मत्थे। सब तो पहला फतेह प्रवान करियो। वाहिगुरू जी का खालसा वाहिगुरू जी की फतेह। वीरो, जिस वेले चोण प्रचार कर रहे सी अरविंद केजरीवाल जी दे नाल पिंड पिंड शहर शहर कस्बा कस्बा जा रहे सी, रोड शो हो रहे सी, रैलियां कर रहे सी, नुक्कड़ सभावां वलंटियर कर रहे सी, तां असीं पंजाब दे लोकां नाल अखां च अखां मिला के एक वादा भी कर रहे सी कि एक बारी मौका दिओ, वो तो बाद तुहाडे कोल इन्नी वधिया सरकार दी कारगुजारी मिलूगी कि अगली बार कहण दी लोड़ नहीं पैनी। असी नीयत दे सच्चे हाँ, साढ़े ते यकीन करके देखो। और मैं इस गल लई 3.25 करोड़ पंजाबियों का धन्नवाद करदा कि उन्होंने यकीन किया है ते हुण इस यकीन ते आपां पूरे उतरना है। हुण अपनी जिम्मेवारी है, लोकां ने अपना फर्ज निभाता, हुण फर्ज निभाउण दी बारी अपनी है। क्योंकि इस तो पहला बड़े 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 वादे लारे लगते सी, उन्होंने वोटां पा दिंदे सी, 2-3 महीने देखते सी, तो बाद कहते सी चलो यार ये भी है जी ने धोखा हो गया, अगली बार देखांगे इन्हां, अगली बार होर आ जांदे सी। वो भी यही करते सी, बड़े धोखे खाते ने।
ਇਸੇ ਕਰਕੇ ਹੁਣ ਲੋਕ ਕਾਲੇ ਪਏ ਹੋਏ ਨੇ ਕਿ ਛੇਤੀ ਛੇਤੀ ਕੰਮ ਬਣ ਜਾਣ, ਪੰਜਾਬ ਠੀਕ ਹੋ ਜਾਊਗਾ। ਮੈਂ ਉਹਨਾਂ ਦਾ ਕਾਲੇ ਪੈਣ ਦਾ ਕਾਰਨ ਜਾਣ ਸਕਦਾ, ਮੈਨੂੰ ਪਤਾ ਹੈ, ਕਿਉਂਕਿ ਸਿਆਣੇ ਕਹਿੰਦੇ ਆ ਦੁੱਧ ਦਾ ਫੁੱਕਿਆ ਲੱਸੀ ਨੂੰ ਵੀ ਫੂਕਾ ਮਾਰ ਮਾਰ ਕੇ ਪੀਂਦਾ। ਪਹਿਲਾਂ ਧੋਖੇ ਬਹੁਤ ਹੋ ਗਏ, ਇਸ ਕਰਕੇ ਹੁਣ ਉਹਨਾਂ ਨੂੰ ਇਹ ਹੈ ਕਿ ਛੇਤੀ ਛੇਤੀ ਇਹ ਸਾਡੀ ਜਿਹੜੀ ਸਰਕਾਰ ਹੈ ਉਹ ਠੀਕ ਕਰੇ। ਅਸੀਂ ਲੱਗੇ ਵੀ ਹੋਏ ਹਾਂ, ਠੀਕ ਹੋਣ ਲੱਗ ਗਿਆ ਹੁਣ ਹੌਲੀ ਹੌਲੀ। ਅੱਜ ਬੂਟੇ ਵੰਡੇ ਜਾ ਰਹੇ ਨੇ, ਆ ਪਏ ਨੇ ਬੂਟੇ ਸਟੇਜ। ਇਹ ਅੱਜ ਤੋਂ 2 ਮਹੀਨਿਆਂ ਬਾਅਦ ਤੁਸੀਂ ਇਹਨਾਂ ਬੂਟਿਆਂ ਤੋਂ ਛਾਂ ਨਹੀਂ ਲੱਭ ਸਕਦੇ। ਅੱਜ ਤੋਂ 2-3 ਮਹੀਨਿਆਂ ਬਾਅਦ ਕੋਈ ਫਲ ਵੀ ਨਹੀਂ ਲੱਗਣਾ। ਬੂਟਾ ਪਹਿਲਾਂ ਜੜਾਂ ਜਮਾਊਗਾ, ਫਿਰ ਉਹ ਵੱਡਾ ਹੋਊਗਾ, ਫਿਰ ਉਹ ਛਾਂ ਦੇਣ ਲੱਗੂਗਾ, ਫਿਰ ਫਲ ਫੁੱਲਣਾ। ਜਿਹੜਾ ਇਮਾਨਦਾਰੀ ਵਾਲਾ ਬੂਟਾ ਪੰਜਾਬ ਦੇ ਵਿੱਚ, ਆਮ ਆਦਮੀ ਪਾਰਟੀ ਵਾਲਾ ਬੂਟਾ ਜਿਹੜਾ ਤੁਸੀਂ ਲਾਇਆ, ਇਸ ਗੱਲ ਦਾ ਯਕੀਨ ਦਿਵਾਉਂਦਾ ਉਹ ਬੂਟਾ ਕਿ ਛਾਂ, ਫਲ ਤੇ ਫੁੱਲ ਲੱਗਣਗੇ ਪਹਿਲਾਂ ਵਾਲਿਆਂ ਵਾਂਗੂ। ਅਸੀਂ ਦੇਖੋ, ਫਲ ਨੀਵਿਆਂ ਰੁੱਖਾਂ ਨੂੰ ਲੱਗਦੇ, ਸਿੰਬਲਾ ਤੂੰ ਮਾਣ ਨਾ ਕਰੀ। ਸੋ ਫਲ ਲੱਗਣਗੇ, ਮਿਹਨਤ ਦਾ ਟਾਈਮ ਹੈ ਲੋਕਾਂ ਦੇ ਪੱਖ 'ਚ। ਮੇਰੇ ਸਾਹਮਣੇ ਮੇਰੇ ਬਹੁਤ ਸਾਰੇ ਸਾਥੀ ਬੈਠੇ ਨੇ ਜਿਨ੍ਹਾਂ ਨੂੰ ਮੈਂ ਜਾਣਦਾ, ਉਹਨਾਂ ਨੂੰ ਵੀ ਜ਼ਿੰਮੇਵਾਰੀਆਂ ਮਿਲਣਗੀਆਂ, ਉਹ ਵੀ ਹੁਣ ਸਰਕਾਰ ਦਾ ਹਿੱਸਾ ਬਣਨਗੇ। ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਵੀ ਜ਼ਿੰਮੇਵਾਰੀਆਂ ਮਿਲਣਗੀਆਂ, ਕਿਉਂਕਿ ਜੇ ਤੰਦੂਲਕਰ ਨੂੰ ਕੀਨੀਆ ਦੀ ਟੀਮ 'ਚ ਭੇਜ ਦਈਏ, ਉਹ ਇਕੱਲਾ ਨਹੀਂ ਜਿਤਾ ਸਕਦਾ, ਨਾਲ ਉਹਦੇ ਆਲੇ ਦੁਆਲੇ ਵੀ ਚਾਹੀਦੇ ਆ ਪਲੇਅਰ ਵਧੀਆ। ਸੋ ਇਸ ਕਰਕੇ ਆਪਾਂ ਇੱਕ ਬਹੁਤ ਵਧੀਆ ਟੀਮ ਬਣਾਵਾਂਗੇ ਇਮਾਨਦਾਰ ਲੋਕਾਂ ਦੀ, ਕਿ ਲੋਕ ਇਹ ਕਹਿਣ ਕਿ ਇਸ ਵਾਰ ਵੋਟ ਪਾਉਣ ਦਾ ਨਜ਼ਾਰਾ ਆ ਗਿਆ। ਇਸ ਵਾਰ ਗੱਲ ਬਣੀ ਹੈ 15 ਅਗਸਤ ਨੂੰ 75 ਮੁਹੱਲਾ ਕਲੀਨਿਕ ਸ਼ਾਨਦਾਰ ਪੰਜਾਬ ਨੂੰ ਸਮਰਪਿਤ ਕਰ ਦਿੱਤੇ ਜਾਣਗੇ। ਉਹ ਤੋਂ ਬਾਅਦ ਬਣੀ ਜਾਣਗੇ। ਹੋ ਸਕਦਾ 30 ਅਗਸਤ ਤੱਕ 100 ਹੋ ਜਾਣ। ਤੁਹਾਡੇ ਵੱਡੇ ਪਿੰਡਾਂ 'ਚ ਮੁਹੱਲਾ ਕਲੀਨਿਕ, ਆਮ ਆਦਮੀ ਪਾਰਟੀ ਕਲੀਨਿਕ ਆਉਣਗੇ। 90% ਬੰਦੇ ਉਹ ਕਲੀਨਿਕ 'ਚੋਂ ਹੀ ਦਵਾਈ ਲੈ ਕੇ ਠੀਕ ਹੋ ਕੇ ਘਰੇ ਵਾਪਸ ਚਲੇ ਜਾਣਗੇ। ਉਹਨਾਂ ਨੂੰ ਵੱਡੇ ਹਸਪਤਾਲਾਂ 'ਚ ਧੱਕੇ ਖਾਣ ਦੀ ਲੋੜ ਨਹੀਂ ਪੈਣੀ। ਇੰਨੇ ਸ਼ਾਨਦਾਰ ਨੇ ਉਹ। ਅੱਜ ਵਿਦਿਅਕ ਸੰਤ ਕਹਾਉਣ ਵਾਲੇ, ਜਿਨ੍ਹਾਂ ਨੇ ਉਸ ਜ਼ਮਾਨੇ 'ਚ ਵਿਦਿਆ ਦਾ ਦਾਨ ਬਖਸ਼ਿਆ, ਵਿਸ਼ਵ ਹਿੰਦੂ ਕਾਸ਼ੀ ਯੂਨੀਵਰਸਿਟੀ ਦਾ ਉਦਘਾਟਨ ਕੀਤਾ, ਉਸ ਜ਼ਮਾਨੇ 'ਚ ਸੰਤ ਬਾਬਾ ਅਤਰ ਸਿੰਘ ਜੀ, ਅੱਜ ਉਹਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਮੈਡੀਕਲ ਕਾਲਜ ਐਂਡ ਸਾਇੰਸਿਸ ਜਿਹੜਾ ਉਦਘਾਟਨ ਕਰਕੇ ਆਇਆ। ਕਾਲਜ, ਹਸਪਤਾਲ, ਸਪੋਰਟਸ ਦਾ ਵਿੱਚ ਅਰੀਨਾ, ਔਰ ਇਹੋ ਜਿਹਾ ਡਿਜ਼ਾਈਨ ਹੈ ਇੰਡੀਆ ਦੇ ਵਿੱਚ ਹਜੇ ਤੱਕ ਕਿਸੇ ਹਸਪਤਾਲ ਜਾਂ ਕਾਲਜ ਦਾ ਇਹੋ ਜਿਹਾ ਡਿਜ਼ਾਈਨ ਨਹੀਂ ਹੈਗਾ। ਤੁਸੀਂ 31 ਮਾਰਚ 2023 ਤੱਕ ਉਹ ਤਿਆਰ ਹੋ ਜਾਊਗਾ, ਦੇਖਿਓ। ਮੈਨੂੰ ਪੱਤਰਕਾਰ ਪੁੱਛਣ ਲੱਗੇ, ਕਹਿੰਦੇ ਜੀ ਕਾਂਗਰਸੀ ਸੰਗਰੂਰ ਜ਼ਿਲ੍ਹੇ ਦੇ ਤੇ ਪਰਮਿੰਦਰ ਢੀਂਡਸਾ, ਉਹਨਾਂ ਨੇ ਕਿਹਾ ਕਿ ਅਸੀਂ ਰਾਜਨੀਤੀ ਛੱਡ ਦਾਂਗੇ, ਇਹ ਤਿਆਰ ਨਹੀਂ ਹੋਣਾ ਇੰਨੀ ਤਰੀਕ ਤੱਕ। ਅਸਲ ਚੋਰ ਨੂੰ ਸਾਰੀ ਦੁਨੀਆ ਚੋਰਾਂ ਦੀ ਲੱਗਦੀ ਹੁੰਦੀ ਹੈ, ਸਾਧ ਨੂੰ ਸਾਧਾਂ ਦੀ ਲੱਗਦੀ ਹੁੰਦੀ ਹੈ। ਮੈਂ ਕਿਹਾ ਜੀ ਕੀ ਕਿਹਾ? ਕਹਿੰਦੇ ਕਾਂਗਰਸੀ ਤੇ ਪਰਮਿੰਦਰ ਢੀਂਡਸਾ ਕਹਿੰਦੇ ਅਸੀਂ ਰਾਜਨੀਤੀ ਛੱਡ ਦਾਂਗੇ, ਇਹ ਤਿਆਰ ਨਹੀਂ ਹੋਣਾ। ਮੈਂ ਕਿਹਾ ਉਹ ਤਾਂ ਬਾਅਦ ਦੀ ਗੱਲ ਹੈ, ਪਹਿਲਾਂ ਮੈਨੂੰ ਇਹ ਦੱਸੋ ਰਾਜਨੀਤੀ 'ਚ ਹੈਗੇ ਉਹ ਹਜੇ?
घरे तो बिठाते लोगों ने, हजे भी कहते छड़ देंगे। रस्सी जल गई, बट नहीं गया वा, क्योंकि इन्होंने कदे कोई इन्नी छेती चीज बनाई नहीं सी। इस करके इन्हों आदत नहीं हैगी। इन्हों कल्ले नींह पत्थर रखने आउंदे ने, ते ओ नींह पत्थर सिर्फ झोटियां दे जां वारा पशुआं दे खुरक करन दे काम आउंदे ने। इन्होंने होर कुछ नहीं कीता इस तों बिना। ते तुसीं इधर नूं जाया करोगे जदों मत्था टेकण मस्तूआणा साहब नूं, अज जाओगे तो नक्शा होर होऊगा, अगले दिन जाओगे तो उही कंध होर उची चक्की होगी। तुसीं कहोगे यार आ काम चल रहा है। ये वो काम नहीं है पहला वाले भी कह गए मुड़ के बने ही कख नहीं। ये काम नहीं है। 16 मैडिकल कॉलेज बनाने 5 सालों च, 9 साडे कोले हैगे ने, 25 हो जाएंगे। हरेक जिले नूं एक मैडिकल कॉलेज टच करूगा। साडे धीआं पुत्त इत्थे MBBS दी डिग्री करनगे, मैडिकल दी पढ़ाई करनगे, लखां लोकां नूं होर काम मिलूगा। संगरूर वाला हस्पताल अपग्रेड होऊगा, क्योंकि ये शर्त हुंदी है जे मैडिकल कॉलेज बनाउणा है तो वो शहर दा जिहड़ा सिविल हस्पताल है वो अपग्रेड होना चाहिए, अप टू डेट होना चाहिए। सो शुरुआत की है पवित्र धरती। सो वीरो हुण फल फुल लगन लग गए, हुण फल फुल लगन लग गए। वो की कहंदे ने, अपना सुखबीर बादल की कहंदा, कहंदा सांझ केंद्र सेवा केंद्र कहंदा असीं बनाए सी, उन्हां च बनाई जांदे ने। की गल जी, तुसीं अपने पल्लियों बनाए सी? लोग तां पाथियां पत्ती जांदे ने उत्थे उत्थे मूहरे। उत्थे अवारा पशु अवारा कावां फिरदियां ने। ये सेवा केंद्र है तुहाडा? पंजाब सरकार दी प्रॉपर्टी है सुखबीर बादल जी, तुहाडे किसे बाप दी जगीर नहीं हैगी। वो साडे पैसे नाल ही बने हुए ने। ओनू जिथे मर्जी वरतीए असीं। पुरानियां डिस्पेंसरियां जिहड़ियां बनाईयां असीं, घाह उग्या पिया उन्हां च, उन्हां नूं ठीक करांगे। AC लगणगे उत्थे, डॉक्टर आउणगे उत्थे। मुहल्ला क्लीनिकां वास्ते 2170 डॉक्टरां ने अपलाई कीता। 1940 तो वध पंजाब दे ने कहंदे असीं काम करना है। इत्थे काम मिलूगा। साडे धीआं पुत्त यूक्रेन क्यों जाण बई पढ़न मैडिकल दी पढ़ाई? रशिया च जां यूक्रेन च? यूक्रेन नूं 25 साल होए ने हजे आज़ाद होए नूं, सानूं 75 हो जाणगे 10 दिनां नूं। असीं कॉलेज नहीं बना सके, साडे जवाक यूक्रेन जांदे ने। कारण की है? नंबर आउंदे 99%। इत्थे कोटे ने, चेयरमैन कोटा, फलाना कोटा। इत्थे लगदा 2 करोड़ MBBS कराउण दा, उत्थे हुंदा काम 25 तो 30 लाख च। क्यों नहीं भेजणगे जवाक? फिर उत्थे लड़ाई लग गई, फिर सानूं उन्होंने जान नूं खतरा हो गया, सानूं जहाज भेज के वापस बुलाने। साडे लई शर्म दी गल है कि जान क्यों इत्थों? इत्थे बनाओ कॉलेज। सो इन्हां दी नीयत साफ नहीं हैगी। अज वातावरण नूं संभालण दी लोड़ है। सीवरेज साडे बंद हो गए, विच प्लास्टिक है वो गलदा नहीं, ना वो अगे तुरे। मीह पैंदा तो ओवरफ्लो हो जाते हैं ढक्कन, गलियां च पानी आ जाता गंदा। ये फिर आपां सरकार नूं गालां कढदे हां, जां मीडिया भी कहंदा पहले मीह नाल ही प्रशासन की पोल खुली। प्रॉब्लम यह है पोल पुराने प्रशासन की होंदी है, वो खुलदी किसी नवे प्रशासन वेले वो। सो इहदे विच तुहाडे सहयोग की लोड़ है। आपां प्लास्टिक का जिहड़ा समान है उहनूं वरतना बंद करिए। अजकल बहुत आ, तुसीं इत्थे देख के जाओ, प्रदर्शनी लगी हुई है। अचार, मुरब्बे, वो जड़ी बूटियां चों लिआंदे होए कंढी दे खेतर चों, किवें उन्होंने दरख्तां नूं
ਕੁਦਰਤ ਨੇ ਆਪਾਂ ਨੂੰ ਸਭ ਕੁਝ ਦਿੱਤਾ ਹੈ, ਕਿਵੇਂ ਉਹਨਾਂ ਨੇ ਦਰਖਤਾਂ ਤੋਂ ਪੱਤੇ ਲੈ ਕੇ ਜੜੀ ਬੂਟੀਆਂ ਬਣਾਈਆਂ ਤੇ ਮੈਂ ਧੰਨਵਾਦ ਕਰਦਾ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮਹਿਕਮੇ ਦਾ, ਜਿਨ੍ਹਾਂ ਦੇ ਸਾਰੇ ਅਫਸਰਾਂ ਨੇ ਬਹੁਤ ਮਿਹਨਤ ਕੀਤੀ ਹੈ। ਡੀਸੀ ਸਾਹਿਬ ਸੰਗਰੂਰ ਬਹੁਤ ਮਿਹਨਤ ਕੀਤੀ ਹੈ, ਕਿਉਂਕਿ ਇਹੋ ਜਿਹੇ ਫੰਕਸ਼ਨ ਕੱਲੀਆਂ ਫੋਟੋਆਂ ਖਿਚਾਉਣ ਵਾਸਤੇ ਨਹੀਂ ਹੁੰਦੇ, ਕੁਛ ਨਾ ਕੁਛ ਸਿੱਖ ਕੇ ਜਾਣਾ ਹੈ। 31 ਅਗਸਤ ਆਊਗੀ ਹੁਣ, 1 ਜੁਲਾਈ ਤੋਂ ਆਪਾਂ ਬਿਜਲੀ ਫ੍ਰੀ ਕਰਤੀ, 600 ਯੂਨਿਟ 2 ਮਹੀਨਿਆਂ ਦਾ। 31 ਤਰੀਕ ਨੂੰ 600 ਯੂਨਿਟ 2 ਮਹੀਨੇ ਹੋ ਜਾਣਗੇ। ਬਿੱਲ ਆਊਗਾ ਫਿਰ ਪਹਿਲੇ ਹਫਤੇ ਸਤੰਬਰ ਦੇ, ਔਰ ਉਹ 600 ਯੂਨਿਟ ਦੇ ਵਿੱਚ ਕੋਈ ਕਿਲੋਵਾਟ ਦਾ ਚੱਕਰ ਨਹੀਂ, ਕੋਈ ਇਹ ਨਹੀਂ ਹੈਗਾ ਵੀ ਇਹ ਜਨਰਲ ਘਰ ਹੈ, ਇਹ BC ਹੈ, ਇਹ SC ਹੈ, ਇਹ BPL ਹੈ, ਇਹ ਫਰੀडम ਫਾਈਟਰ ਹੈ। ਮੇਰਾ ਮਕਸਦ 600 ਯੂਨਿਟ ਤੋਂ ਥੱਲੇ ਹੈ, ਬਸ 600 ਯੂਨਿਟ ਤੋਂ ਥੱਲੇ ਹੈ ਤਾਂ ਬਿਜਲੀ ਦਾ ਬਿੱਲ ਨਹੀਂ ਆਊਗਾ। ਮੈਂ ਬਿਜਲੀ ਬੋਰਡ ਨੂੰ ਬੁਲਾਇਆ, ਮੈਂ ਕਿਹਾ ਮੈਨੂੰ ਸੱਚੋ ਸੱਚ ਦੱਸੋ ਕਿੰਨੇ ਘਰਾਂ ਨੂੰ 600 ਯੂਨਿਟ ਤੋਂ ਥੱਲੇ ਬਿੱਲ ਆਊਗਾ ਕਿ ਜ਼ੀਰੋ ਹੋ ਜਾਊਗਾ ਉਹਨਾਂ ਦਾ। ਉਹ ਕਹਿੰਦੇ ਜੀ ਸਾਡਾ ਪੁਰਾਣਾ ਰਿਕਾਰਡ ਇਹ ਕਹਿੰਦਾ 74 ਲੱਖ ਘਰਾਂ ਚੋਂ ਜਿੱਥੇ ਮੀਟਰ ਲੱਗੇ ਹੋਏ ਨੇ 51 ਲੱਖ ਘਰਾਂ ਨੂੰ ਜ਼ੀਰੋ ਬਿੱਲ ਆਊਗਾ ਜੀ। 51 ਲੱਖ ਘਰਾਂ ਨੂੰ ਜ਼ੀਰੋ ਬਿੱਲ ਆਊਗਾ ਜੀ 20 ਦਿਨਾਂ ਬਾਅਦ, ਮਹੀਨੇ ਮਤਲਬ ਮਹੀਨੇ ਬਾਅਦ 5 ਹੋ ਗਈ ਅੱਜ। ਹੋਰ ਗਰੀਬ ਕਹਿੰਦਾ ਯਾਰ ਮੇਰਾ 15-20 ਹਜ਼ਾਰ ਆਉਂਦਾ ਸੀ, ਮੇਰਾ ਬਚ ਗਿਆ ਇੰਨਾ ਪੈਸਾ, ਇਹੀ ਮੈਂ ਆਪਦੇ ਜਵਾਕ ਦੀ ਪੜ੍ਹਾਈ ਤੇ ਲਾ ਲੂੰਗਾ, ਇਹੀ ਮੈਂ ਕੋਈ ਕਬੀਲਦਾਰੀ 'ਚ ਕਿਤੇ ਹੋਰ ਵਰਤ ਲੂੰਗਾ। ਦੱਸੋ ਇਹ 'ਚ ਆਪਾਂ ਨੂੰ ਦੇਖੋ ਜੇ ਆਪਾਂ ਟੈਕਸ ਦਿੰਨੇ ਆ ਤਾਂ ਟੈਕਸ ਦਾ ਪੈਸਾ ਕਿਸੇ ਨਾ ਕਿਸੇ ਤਰੀਕੇ ਨਾਲ ਵਾਪਸ ਤਾਂ ਆਉਣਾ ਚਾਹੀਦਾ ਨਾ, ਆ ਰਿਹਾ ਹੋ। ਹੁਣ ਸ਼ੁਰੂ ਹੋਊਗਾ ਆਟਾ ਦਾਲ ਸਕੀਮ। ਕਣਕ ਲੈਣੀ ਆ ਕਣਕ ਲੈ ਲਿਓ, ਆਟਾ ਲੈਣਾ ਆਟਾ ਲੈ ਲਿਓ, ਪਿਸਾਈ ਦਾ ਖਰਚਾ ਸਰਕਾਰ ਦੇਊਗੀ, ਡੀਪੂ ਤੋਂ ਲਿਆਉਣਾ ਡੀਪੂ ਤੋਂ ਲਿਆਇਓ, ਘਰੇ ਮੰਗਾਉਣਾ ਘਰੇ ਮੰਗਾ ਲਿਓ। ਇੱਕ ਵੱਡੀ ਪ੍ਰਾਈਵੇਟ ਕੰਪਨੀ ਨਾਲ ਗੱਲ ਕੀਤੀ ਹੈ, ਕਾਰਾਂ ਉਹਨਾਂ ਦੀਆਂ ਹੋਣਗੀਆਂ, ਉਹ ਆਪਦੀ ਐਡਵਰਟਾਈਜ਼ਮੈਂਟ ਕਰਨਗੇ, ਬਸ ਆਪਾਂ ਤਾਂ ਕੁਝ ਨਹੀਂ ਲੈਂਦੇ। ਉਹ ਤੇ ਲਿਖਿਆ ਹੋਊਗਾ ਗਰੀਬਾਂ ਨੂੰ ਰਾਸ਼ਨ ਦੇਣ ਵਾਲੀ ਗੱਡੀ, ਤੇ ਜਦੋਂ ਉਹ ਗੱਡੀ 'ਚ ਪੈਕਿੰਗ ਹੋਈ ਹੋਊਗੀ ਤੇ ਜਦੋਂ ਇਹ ਗਰੀਬਾਂ ਨੂੰ ਰਾਸ਼ਨ ਦੇਣ ਵਾਲੀ ਗੱਡੀ ਐ ਦੋਨੇ ਪਾਸੇ ਲਿਖਿਆ ਹੋਊਗਾ, ਜਦੋਂ ਉਹ ਗੱਡੀ ਕਿਸੇ 911 ਵਾਲੇ ਘਰ ਦੇ ਮੂਹਰੇ ਖੜੀ, ਇਹ ਉਹਦੇ ਕੋਲੇ ਕਾਰਡ ਹੈ ਬਈ, ਉਹਦੇ ਕੋਲ ਕਾਰਡ ਬਣਾਇਆ ਹੋਇਆ, ਉਹਦੀ ਪਹਿਲਾਂ ਚੱਲਦੀ ਸੀ, ਉਹਨੇ ਚੰਨੀ ਤੋਂ ਬਣਾਇਆ, ਉਹਨੇ ਅਮਰਿੰਦਰ ਤੋਂ ਬਣਾਇਆ, ਉਹਨੇ ਸੁਖਬੀਰ ਤੋਂ ਬਣਾਇਆ। ਜਦੋਂ ਗੱਡੀ ਘਰੇ ਖੜੂਗੀ ਉਹਦੇ ਘਰ ਮੂਹਰੇ, ਬੈਲ ਮਾਰ ਕੇ ਕਵਾਂਗੇ ਸਰਦਾਰ ਜੀ ਗਰੀਬਾਂ ਵਾਲੀ ਗੱਡੀ ਆ ਗਈ, ਲੈ ਲਓ ਰਾਸ਼ਨ। ਦੇਖਿਓ ਕਿਵੇਂ ਕਟਾਉਂਦੇ ਨੇ ਫਿਰ, ਵੀ ਕੱਟ ਦੋ ਸਾਡਾ ਤਾਂ ਜੀ ਕੱਟ ਦੋ, ਕਿਉਂਕਿ ਪਿੰਡ ਮੈਨੂੰ ਪਤਾ ਮੈਂ ਪਿੰਡਾਂ ਵਾਲਾ ਹੀ ਆ, ਇਹੋ ਜਿਹੀ ਅੱਲ ਪੈਂਦੀ ਹੈ, ਲੋਕ ਇਹੋ ਜਿਹਾ ਨਾਂ ਰੱਖਦੇ ਨੇ, ਕਈ ਪੀੜ੍ਹੀਆਂ ਦਾਗ ਧੋਣੇ ਔਖੇ ਹੋਏ ਨੇ। ਅਗਲਾ ਕਹਿੰਦਾ ਭੁੱਖਿਆਂ ਦੇ ਜਾਣਾ ਬਾਈ, ਉਹ ਚੌਥਾ ਘਰ ਛੱਡ ਕੇ ਖੱਬੇ ਮੁੜ ਜੀ, ਰਿਸ਼ਤੇ ਨਹੀਂ ਹੁੰਦੇ, ਅਗਲਾ ਕਹਿੰਦਾ ਭੁੱਖੇ ਕਹਿੰਦੇ ਨੇ ਇਹਨਾਂ ਨੂੰ ਤਾਂ। ਯਾਰ ਸਹੀ ਆ ਨਾ ਤਰੀਕਾ? ਇੱਕ ਵਾਰ ਤਾਂ ਗੱਡੀ ਉਹਨਾਂ ਦੇ ਘਰ ਮੂਹਰੇ ਖੜਾਵਾਂਗੇ ਆਪਾਂ, ਹਾਂ ਜੇ ਅੰਦਰ ਵੜਦੀ ਅੰਦਰ ਲੈ ਜਾਾਂਗੇ। ਗੇਲ ਕਹਿੰਦਾ ਅੰਦਰ, ਵੱਡੇ ਵੱਡੇ ਗੇਟ ਨੇ, ਗੱਡੀ ਅੰਦਰ ਵੜ ਸਕਦੀ ਹੈ। ਯਾਰ ਕਮਾਲ ਹੈ। ਸਿਆਣੇ ਕਹਿੰਦੇ ਆ ਢਿੱਡ ਦਾ ਭੁੱਖਾ ਰੱਜ ਜਾਂਦਾ, ਨੀਂਦ ਦਾ ਭੁੱਖਾ ਨਹੀਂ ਰੱਜਦਾ। ਕੀ ਤੁਸੀਂ ਗਰੀਬਾਂ ਵਾਲਾ ਰਾਸ਼ਨ ਲੈ ਕੇ ਕਿਹੜੇ ਚਵਾਰੇ ਛੱਤ ਦੋਗੇ? ਕਿਸੇ ਗਰੀਬ ਦੇ ਮੂੰਹ 'ਚ ਪੈ ਲੈਣ ਦੋ ਬੁਰਕੀ, ਨਾਲ ਲੈ ਜਾਣਾ। ਸੋ ਇਸ ਕਰਕੇ ਆਟਾ ਦਾਲ ਸਕੀਮ ਸ਼ੁਰੂ ਹੋਣ ਲੱਗੀ ਹੈ। ਬੁਢਾਪਾ ਪੈਨਸ਼ਨ
बहुत खज्जल खुआरियां हुंदियां सी बैंकां 'च। बैंकां मूहरे बजुर्ग तुरिया नहीं जांदा, लाइनां ला के बैठे, प्यासे भुखे देखे नहीं जाते सी। असी सिस्टम चेंज कर लगे। एक प्राइवेट कंपनी नाल गल हुई है, नाले वो रोजगार देगी, बुढ़ापा पेंशन तुहाडे घर दा कुंडा खड़का के बजुर्गां नूं वो जिहड़ा इलैक्ट्रॉनिक मीटर हुंदा, बायोमीटर, ਉਹਦੇ ਤੇ ਅੰਗੂਠਾ ਲਵਾ ਕੇ ਤੁਹਾਡੇ ਘਰੇ ਆਊ ਜੀ। ਉਹਦੇ ਬਦਲੇ ਉਹ ਕੰਪਨੀ, ਕਿਉਂਕਿ ਕੰਪਨੀ ਕੋਲੇ ਪੈਸਾ ਬਹੁਤ ਜਮ੍ਹਾਂ ਕਰਾਵਾਂਗੇ ਅਸੀਂ ਬੈਂਕ ਕੋਲੇ, ਤਾਂ ਉਹ ਬੈਂਕ ਜਿਹੜੀ ਹੈ ਉਹ ਰੋਜ਼ਗਾਰ ਦੇਊਗੀ। ਜਿਹੜੇ ਮੁੰਡੇ ਵੰਡਣਗੇ ਬੁਢਾਪਾ ਪੈਨਸ਼ਨ, ਉਹ पढ़े लिखे मुंडे अपने को बथेरे ने ਜਿਹੜੇ तेल पाते रहे मोटरसाइकिलों में। ਉਹੀ ਤਾਂ कहना काम मिलूगा जबरदस्त, आप देना जबरदस्त काम मिलूगा। एक होर ਇਹਦੇ ਨਾਲ समाजिक ਜਿਹੜੀ मसला है वो हल हो जाऊगा। कई घरां 'ਚ, मैं सारिਆਂ 'ਚ नहीं कहता, कई घरां 'ਚ ਇਹ ਹੁੰਦਾ है, शिकायतां भी मिलियां ने कि मुंडा बेबे बापू तो अंगूठा लवा लैंदा, बैंक चों पेंशन कढ़ा लैंदा, पर उन्हां नूं दिंदा नहीं। इत्थे की होऊगा, घरे जाऊगा बंदा, बेबे बापू मंजे ते पए ने, उठिया नहीं जाता, कोई गल नहीं, अंगूठा लवा के एक बारी पेंशन उन्हां दे हत्थ 'च फड़ाउणी है। वो भावें नाल दी नाल आपदे मुंडे नूं दे देण, नूंह नूं दे देण, सानूं इहदे नाल कोई नहीं, पर एक बारी उन्हां नूं मिलूगी जिन्हां दे नां ते आ। इहदे नाल बहुत वड्डे मसले हल हो जाणगे। आरसी बनाउण वास्ते बड़े पंगे पैंदे सी, किन्ने गेड़े वजदे सी DTO दफ्तरां दे, जमा कंप्यूटराइज करता। धूरी दे किसी गड्डियां दे शोरूम च जाओ, मोटरसाइकिल दे शोरूम च जाओ, नंबर उत्थे कंप्यूटर च पे ने, वो दिखा दूगा भी किहड़ा नंबर भाई तैनूं पसंद है, वो नंबर ले लो, नाल दी नाल फार्म भर दूगा डीलर, आधार कार्ड हो जाऊगा, फोन नंबर हो जाऊगा, नाल दी नाल आरसी बन के थोड़े मोबाइल ते आ जाऊगी। तुसी मोटरसाइकिल या कार दे नाल आरसी लैके वो शोरूम चों बाहर निकलोगे, बाहर तुहानूं कोई किते पुलिस वाला रोकू, वो कहूगा आरसी दिखा दे, तुसी वो मोबाइल फोन दिखा सकते हो, वो मोबाइल फोन वाली आरसी प्रवानित है, असी वो प्रवानित करेंगे। ते जिहड़ी दूजी आरसी है कार्ड वाली, वो तुहानूं रूटीन च 10-15 दिन बाद डाक चापी आ जाऊगी। लर्निंग लाइसेंस बनाना, गेड़े वजदे सी, पोर्टल बनाता, वो पोर्टल खोलो, उते टेस्ट दिओ, आपदा नाम ते आधार कार्ड पा के टेस्ट दिओ, नाल दी नाल टेस्ट दा रिजल्ट आ जाऊगा, तुहाडे फोन ते लर्निंग लाइसेंस आ जाऊगा। एक साल च 7.5 लाख लर्निंग लाइसेंस वास्ते 7.5 लाख बंदा अप्लाई करता है। उन्होंने घट्टो घट्ट 2 गेड़े बजते हैं, यानी कि 15 लाख गेड़े बचणगे। 15 लाख घरें बच जूगा जे नींह साफ होवे तां इहो जिहा कुछ। मऊआ ने जांदा है, वो एक धूरी आऊगा, एक मोहाली आऊगा, एक उधर आऊगा, इत्थे आऊगा। मेरे आए पे ने नौहां च ना जदों हैवी दे लाइसेंस की ट्रेनिंग हुंदी है, वो मऊआ ने जाना पैंदा, उहनूं एक तां धूरी च लैके आवांगे, इत्थे किते बनावांगे सेंटर, रोजगार भी वधूगा उहदे नाल। धूरी वालियां नूं तां हुण मालक ने उन्हां नूं की दस्सां, हुण ਉਹਦਾ ਮਾਲਕ ਨੇ ਧੂਰੀ ਵਾਲੇ, ਤਾਂ ਪਿੰਡ ਇੱਧਰਲੇ ਪਾਸੇ ਅੱਧੇ ਅੱਧੇ ਪਿੰਡ ਇੱਧਰਲੇ ਪਾਸੇ। ਸੋ ਧੂਰੀ ਵਾਲੇ ਤਾਂ ਭਾਈ ਮਤਲਬ ਜੋ ਮਰਜ਼ੀ ਮੰਗ ਸਕਦੇ ਨੇ, ਉਹ ਤਾਂ ਉਹਨਾਂ ਦੇ ਜਿਹੜੇ ਪਿਆਰ ਦਾ ਮੁੱਲ ਤਾਂ ਆਪਾਂ ਕਿਸੇ ਕੀਮਤ ਦੇ ਨਹੀਂ ਸਕਦੇ। ਸੋ ਨਾਲ ਹੋਰ ਵੀ ਸਕੀਮਾਂ ਨੇ, ਆਉਣ ਵਾਲੇ ਦਿਨਾਂ 'ਚ ਤੁਹਾਨੂੰ ਦੱਸਾਂਗੇ। ਸਕੂਲ ਬਹੁਤ ਸ਼ਾਨਦਾਰ ਹੋਣਗੇ, ਕਾਲਜ ਬਣਨਗੇ,
बहुत सारियां होर इहो जिहियां स्कीमां ਜਿਹਨੂੰ ਤੁਸੀਂ ਦੇਖ ਕੇ ਤੇ ਸੁਣ ਕੇ ਵੀ ਹੈਰਾਨ ਹੋਵੋਗੇ ਵੀ ਐ ਹੋ ਸਕਦਾ ਯਾਰ। ਤੁਹਾਨੂੰ ਕਰਕੇ ਦਿਖਾਵਾਂਗੇ। ਇਹ ਉਹ ਕੰਮ ਨਹੀਂ ਹੈਗਾ ਮੰਜਾ ਬੁਣ ਲੈਣਾ, ਬੱਕਰੀ ਚੋ ਲੈਣਾ, ਗੁੱਲੀ ਡੰਡਾ ਖੇਡ ਲੈਣਾ। ਹੁਣ ਕਿੱਧਰ ਗਿਆ ਉਹ ਬਾਂਦਰ ਕਿੱਲੇ ਵਾਲੇ ਕਿੱਲੇ ਖਾਲੀ ਪਏ ਨੇ, ਗੁੱਲੀ ਡੰਡੇ ਨੂੰ ਸਿਉਂਕ ਲੱਗ ਗਈ, ਬੱਕਰੀਆਂ ਹੜਤਾਲ ਕਰਨ ਨੂੰ ਫਿਰਦੀਆਂ ਨੇ ਵੀ ਸਾਨੂੰ ਕੌਣ ਚੋਊਗਾ। ਹੁਣ ਕਿੱਧਰ ਗਏ ਉਹ? ਭਾਜੀ ਗਏ ਲੋਕ। ਹੱਦ। ਮੁੱਖ ਮੰਤਰੀ ਦਾ ਕੈਂਡੀਡੇਟ ਨਹੀਂ ਲੱਭ ਰਿਹਾ ਕਾਂਗਰਸ ਨੂੰ। ਕਿੱਧਰ ਗਿਆ ਜੇ ਪੁੱਛੋ ਮੈਨੂੰ ਨਹੀਂ ਪਤਾ ਜੀ ਕਿੱਧਰ ਗਿਆ। ਲਓ ਜੀ, ਕੋਈ ਕਾਰਨ ਨਹੀਂ ਹੋਊਗਾ ਨਾ ਭੱਜਣ ਦਾ। ਸੋ ਇਸ ਕਰਕੇ ਆਪਾਂ ਤੁਹਾਡੇ ਨਾਲ ਆ, ਤੁਹਾਡੇ ਵਰਗੇ ਆ। ਧੂਰੀ ਦੀਆਂ ਸਮੱਸਿਆਵਾਂ ਤੇ ਜੇ ਆਈਏ, ਧੂਰੀ ਸ਼ਹਿਰ ਦੀ ਵੀ ਬਹੁਤ ਵੱਡੀ ਸਮੱਸਿਆ ਹੈ ਜਿਹੜੀ ਰੇਲਵੇ ਲਾਈਨ ਵਾਲੀ। ਰੇਲਵੇ ਲਾਈਨ ਦੀ ਬਹੁਤ ਵੱਡੀ ਸਮੱਸਿਆ ਹੈ। ਅੱਧਾ ਸ਼ਹਿਰ ਵੰਡ ਦਿੰਦਾ, ਬੰਦ ਰਹਿੰਦਾ ਹੈ। ਇਹ ਤੇ 15 ਕਰੋੜ ਰੁਪਇਆ ਲੱਗੂਗਾ ਜੀ। ਅਸੀਂ ਓਵਰ ਬ੍ਰਿਜ ਬਣਾਵਾਂਗੇ ਰੇਲਵੇ। ਕੁਝ ਦੁਕਾਨਦਾਰ ਪ੍ਰਭਾਵਿਤ ਹੋਣਗੇ, ਉਹਨਾਂ ਨਾਲ ਗੱਲ ਕਰਕੇ ਉਹਨਾਂ ਨੂੰ ਰੀਲੋਕੇਟ ਕਰ ਦਾਂਗੇ। ਅਸੀਂ ਕਿਸੇ ਦਾ ਰੁਜ਼ਗਾਰ ਨਹੀਂ ਖੋਣਾ। 15 ਕਰੋੜ ਰੁਪਈਆ ਜਿਹੜਾ ਮੈਂ ਓਵਰ ਬ੍ਰਿਜ ਵਾਸਤੇ ਅੱਜ ਅਨਾਉਂਸ ਕਰਨ ਲੱਗਿਆ। ਤੇ ਧੂਰੀ ਦਾ ਜਿਹੜਾ ਸੀਵਰੇਜ ਹੈ ਸਿਸਟਮ ਸਾਰਾ ਬੰਦ ਹੋ ਗਿਆ, ਓਵਰਫਲੋ ਹੋ ਜਾਂਦਾ, ਗਲੀਆਂ 'ਚ ਫਿਰਦਾ। ਉਹ ਸਾਰੇ ਸੀਵਰੇਜ ਸਿਸਟਮ ਨੂੰ ਬਿਲਕੁਲ ਨਵੇਂ ਤਰੀਕੇ ਨਾਲ ਪਾਉਣ ਵਾਸਤੇ 13 ਕਰੋੜ ਰੁਪਏ ਦਾ ਪ੍ਰੋਜੈਕਟ ਹੈ, ਉਹ ਵੀ ਤੁਹਾਨੂੰ ਅੱਜ ਮਨਜ਼ੂਰ ਕਰ ਲੱਗਿਆ। ਉਧਰ ਲਾਈਨ ਦੇ ਪਰਲੇ ਪਾਸੇ ਕੋਈ ਪਾਰਕ ਨਹੀਂ ਹੈਗਾ, ਬਿਜਲੀ ਬੋਰਡ ਦੀ ਜਗ੍ਹਾ ਉੱਥੇ ਪਈ ਹੈ। ਉੱਥੇ 3-4 ਏਕੜ ਬਿਜਲੀ ਬੋਰਡ ਨਾਲ ਗੱਲ ਕਰਕੇ ਅਸੀਂ ਲੈ ਲਾਂਗੇ 2 ਕਰੋੜ ਰੁਪਏ ਦਾ ਬਹੁਤ ਹੀ ਸ਼ਾਨਦਾਰ ਪਾਰਕ ਜਿਹੜਾ ਹੈ ਉਹ ਧੂਰੀ ਦੇ ਪਰਲੇ ਪਾਸੇ, ਲਾਈਨ ਦੇ ਪਰਲੇ ਪਾਸੇ ਉੱਥੇ ਪਾਰਕ ਬਣਾਵਾਂਗੇ। ਇਸ ਤੋਂ ਇਲਾਵਾ ਇੱਕ ਬੈਡਮਿੰਟਨ ਦਾ ਕੋਰਟ ਹੈ, ਮੈਂ ਹੀ ਪੈਸੇ ਦਿੱਤੇ ਸੀ ਐਮਪੀ ਵੇਲੇ। ਬੈਡਮਿੰਟਨ ਦਾ ਕੰਪਲੈਕਸ ਉੱਥੇ 12 ਬੱਚੇ ਖੇਡ ਸਕਦੇ ਨੇ, ਉਹਨੂੰ ਵਧਾ ਕੇ 70 ਬੱਚਿਆਂ ਦੀ ਕੈਪੈਸਿਟੀ ਦਾ ਕਰਾਂਗੇ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਖੇਡ ਸਕਣ ਤੇ ਮੱਲਾ ਮਾਰ ਸਕਣ ਅੱਗੇ ਆਉਣ ਵਾਲੇ ਦਿਨਾਂ 'ਚ, ਆਉਣ ਵਾਲੇ ਖੇਡਾਂ 'ਚ, ਵੱਡੇ ਵੱਡੇ ਟੂਰਨਾਮੈਂਟ। ਬਾਕੀ ਪਿੰਡਾਂ ਦੀ ਗੱਲ, ਧੂਰੀ ਦੇ ਅੱਧੇ ਪਿੰਡ ਇੱਧਰ ਨੇ, ਅੱਧੇ ਇੱਧਰ ਨੇ। ਪਿੰਡਾਂ ਦੇ ਵਿੱਚ ਸੜਕਾਂ ਦੀ ਪ੍ਰੋਬਲਮ ਹੈ, ਗੰਦੇ ਟੋਬਿਆਂ ਦੀ ਪ੍ਰੋਬਲਮ ਹੈ, ਔਰ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ? ਬੱਸਾਂ ਹੀ ਨਹੀਂ ਜਾਂਦੀਆਂ। ਪੁਰਾਣੇ ਰੂਟ ਹੀ ਬੰਦ ਹੋ ਗਏ। ਜੇ 10ਵੀਂ ਦਾ ਸਕੂਲ 5 ਕਿਲੋਮੀਟਰ ਤੇ ਹੈ, ਆਪਦੇ ਪਿੰਡ 8ਵੀਂ ਦਾ, 8ਵੀਂ ਤੋਂ 10ਵੀਂ ਕਰਨ ਵਾਸਤੇ ਖਾਸ ਤੌਰ ਤੇ ਕੁੜੀਆਂ ਨੂੰ ਮਾਪੇ ਭੇਜਦੇ ਨਹੀਂ ਹੈਗੇ, ਕਿਉਂਕਿ ਜ਼ਮਾਨਾ ਤੁਹਾਨੂੰ ਪਤਾ ਮਾੜਾ ਹੈ। ਉਹ ਕਿਸੇ ਨਾ ਕਿਸੇ ਨੂੰ ਹੱਥ ਦਿੰਦੀਆਂ, ਟਰਾਲੀਆਂ ਤੇ ਲਟਕਦੀਆਂ ਵਿਚਾਰੀਆਂ। ਸੋ ਇਹ ਕਿੰਨੀਆਂ ਕੁੜੀਆਂ, ਹੁਸ਼ਿਆਰ ਕੁੜੀਆਂ ਜਿਹੜੀਆਂ ਪਹਿਲੇ ਨੰਬਰ ਤੇ ਪੰਜਾਬ 'ਚੋਂ ਆ ਸਕਦੀਆਂ ਸੀ, ਉਹਨਾਂ ਨੂੰ ਮਤਲਬ ਪੜ੍ਹਾਈ ਤੋਂ ਵਾਂਝੇ ਰਹਿਣਾ ਪੈ ਜਾਂਦਾ ਹੈ। ਜਿੰਨੇ ਪੁਰਾਣੇ ਬੱਸਾਂ ਦੇ ਰੂਟ ਚੱਲਦੇ ਸੀ, ਚਾਹੇ ਮਿੰਨੀਆਂ ਨਾਲ ਚਲਾਈਏ ਚਾਹੇ ਜਿਵੇਂ ਮਰਜ਼ੀ ਚਲਾਈਏ, ਹਰੇਕ ਪਿੰਡ ਨੂੰ ਬੱਸ 2 ਵਾਰੀ ਘੱਟੋ ਘੱਟ 2 ਟਾਈਮ ਹਰੇਕ ਪਿੰਡ 'ਚ ਬੱਸ ਆਵੇ। ਤੇ ਜੇ ਕਾਲਜਾਂ ਜਾਂ ਸਕੂਲਾਂ ਵਾਸਤੇ ਸਪੈਸ਼ਲ ਬੱਸਾਂ ਲਾਉਣੀਆਂ ਪਈਆਂ ਉਹ ਵੀ ਲਾਵਾਂਗੇ, ਪਰ ਕੋਈ ਪੜ੍ਹਾਈ ਵੱਲੋਂ ਵਾਂਝਾ ਨਹੀਂ ਰਹਿਣ ਦੇਣਾ, ਨਾ ਫੀਸ ਵਾਲੇ ਪਾਸਿਓਂ ਤੇ ਨਾ ਵੈਨ ਵਾਲੇ ਪਾਸਿਓਂ। ਇਹ ਸਾਰੇ ਜਿਹੜੇ ਮੈਂ ਤਜਰਬੇ ਨੇ ਇਹ ਧੂਰੀ ਕਰੂੰਗਾ, ਧੂਰੀ ਤੋਂ ਕਾਮਯਾਬ ਹੋਣਗੇ ਸਾਰੇ ਪੰਜਾਬ 'ਚ ਕਰੂੰਗਾ। ਨਹਿਰੀ ਪਾਣੀ ਦਾ ਕਰਾਂਗੇ ਡਾਕਟਰ ਸਾਹਿਬ ਕਰਾਂਗੇ। ਤੁਸੀਂ ਤਾਂ ਐਂ ਕਰਦੇ ਹੋ ਜਿਵੇਂ ਮਹੀਨੇ ਬਾਅਦ ਸਰਕਾਰ ਟੁੱਟਣ ਵਾਲੀ ਹੋਵੇ। ਖੜ ਜਾਓ। ਨਹਿਰੀ ਪਾਣੀ, ਸੂਏ, ਕੱਸੀਆਂ ਸਭ ਪੁਰਾਣਾ ਹੋ ਗਿਆ ਸਿਸਟਮ, ਨਵਾਂ ਬਣਾਵਾਂਗੇ। ਨਵਾਂ ਬਣਾਵਾਂਗੇ। ਐਵੇਂ ਕਾਲੀ 'ਚ ਮੈਥੋਂ ਫੇਰ ਕੰਮ ਕਰਾ ਲਓਗੇ, ਫੇਰ ਕਹਿਣਗੇ ਪਹਿਲੇ ਪਾਣੀ ਨਾਲ ਹੀ ਪ੍ਰਸ਼ਾਸਨ ਦੀ ਪੋਲ ਖੁੱਲੀ। ਹਾਂ, ਸਾਰੀਆਂ ਨਹਿਰਾਂ ਨਵੇਂ ਤਰੀਕੇ ਨਾਲ ਬਣਾਉਣੀਆਂ। ਸੈਂਟਰ ਨਾਲ ਗੱਲ ਹੋ ਰਹੀ ਹੈ, ਸੈਂਟਰ ਨਾਲ ਗੱਲ ਚੱਲ ਰਹੀ ਹੈ। ਸੂਏ ਕੱਸੀਆਂ ਬੰਦ ਹੋ ਗਏ, ਉਹ ਸਾਫ਼ ਕਰਕੇ। ਇਸ ਤੋਂ ਇਲਾਵਾ ਕੱਸੀਆਂ ਜਿਹੜੀਆਂ ਨੇ ਨਾ, ਉਹਨਾਂ ਦੀ ਥਾਂ ਤੇ ਬਹੁਤ ਸੋਹਣੀਆਂ ਪਾਈਪਾਂ ਪਾਵਾਂਗੇ। ਜਿੱਥੇ ਪਹਿਲਾਂ ਫੱਟਾ ਲੱਗਿਆ ਹੁੰਦਾ ਸੀ ਉੱਥੇ ਇੱਕ ਪੁਆਇੰਟ ਛੱਡ ਦਾਂਗੇ ਤਾਂ ਕਿ ਪਾਣੀ ਜਿਹੜਾ ਉਹਨਾਂ ਨੂੰ ਪ੍ਰੋਪਰ ਮਿਲੇ। ਤੇ ਸੂਏ ਕੱਸੀਆਂ ਨਹਿਰਾਂ ਜਿਹੜੀਆਂ ਨਵੀਆਂ ਬਣਨਗੀਆਂ ਉਹਨਾਂ ਦੇ ਵਿੱਚ
ਵਿਚਾਲੋਂ ਉਹਨਾਂ ਨੂੰ ਕੱਚੀਆਂ ਛੱਡਾਂਗੇ ਤਾਂ ਕਿ ਪਾਣੀ ਥੋੜ੍ਹਾ ਜਿਹਾ ਥੱਲੇ ਵੀ ਜਾਵੇ ਸਿੰਮੇ, ਠੀਕ ਹੈ ਨਾ। ਹੁਣ ਤਾਂ ਮੋਮ ਵੀ ਪਾਉਣ ਲੱਗ ਗਏ ਵੀ ਜਮਾ ਤੁਪਕਾ ਵੀ ਨਾ ਥੱਲੇ ਜਾਵੇ। ਸੋ ਅਸੀਂ ਬਹੁਤ ਵੱਡੀਆਂ ਕੰਪਨੀਆਂ ਨਾਲ ਗੱਲ ਕਰ ਰਹੇ ਹਾਂ ਤਾਂ ਕਿ ਪਾਣੀ ਨੂੰ ਧਰਤੀ ਦੇ ਵਿੱਚ ਰੀਚਾਰਜ ਕਰ ਸਕੀਏ, ਮੀਂਹ ਦਾ ਪਾਣੀ ਬਚਾ ਕੇ ਉਹਨੂੰ ਰੀਚਾਰਜ ਕਰੀਏ, ਫਸਲਾਂ ਨੂੰ ਬਦਲ ਕੇ ਤੇ ਆਪਾਂ ਜਿਹੜਾ ਪਾਣੀ ਦਾ ਉੱਪਰ ਪੱਧਰ ਲੈ ਕੇ ਆਈਏ। ਧੂਰੀ ਦਾ ਇਲਾਕਾ ਹੈ, ਗੰਨੇ ਦਾ ਇਲਾਕਾ ਹੈ। ਮੈਂ ਗੱਲ ਤੁਹਾਨੂੰ ਦੱਸਣੀ ਚਾਹੁੰਦਾ, 294.98 ਕਰੋੜ ਰੁਪਈਆ ਸਰਕਾਰ ਦਾ ਖੜਾ ਸੀ ਕਿਸਾਨਾਂ ਵੱਲ। ਖੜਾ ਕਈ ਸਾਲ ਦਾ ਸੀ, ਪਰ ਅਸੀਂ ਮਾਨਯੋਗ ਵਿੱਤ ਮੰਤਰੀ ਤੇ ਬੈਠੇ ਨੇ, ਮਹਿਕਮਾ ਕੋਆਪਰੇਟਿਵ ਮਹਿਕਮਾ ਇਹਨਾਂ ਕੋਲ ਹੈ, ਕੋਆਪਰੇਸ਼ਨ ਦਾ ਮਹਿਕਮਾ ਇਹਨਾਂ ਕੋਲੇ ਹੈ। ਅਸੀਂ 100 ਕਰੋੜ ਰੁਪਈਆ ਤਾਂ ਪਾਤਾ ਗੰਨੇ ਵਾਲੇ ਜਿਹੜੇ ਉਤਪਾਦਕ ਨੇ ਉਹਨਾਂ ਦੇ ਖਾਤਿਆਂ 'ਚ। 15 ਅਗਸਤ ਨੂੰ 100 ਕਰੋੜ ਹੋਰ ਪੈ ਜਾਊਗਾ ਤੇ ਬਾਕੀ ਰਹਿੰਦਾ 94.98 ਕਰੋੜ 7 ਸਤੰਬਰ ਨੂੰ ਉਹ ਵੀ ਪੈ ਜਾਊਗਾ। ਸਰਕਾਰ ਦੀ ਦੇਣਦਾਰੀ ਜ਼ੀਰੋ ਹੋ ਜੂਗੀ ਜੀ ਗੰਨੇ ਵਾਲਿਆਂ ਪ੍ਰਤੀ, ਸਰਕਾਰੀ। ਹੁਣ ਆ ਜਾਓ ਪ੍ਰਾਈਵੇਟ ਵੱਲ, 150 ਕਰੋੜ ਪ੍ਰਾਈਵੇਟ ਦਾ ਜੀ। ਬਾਕੀ ਸਾਰੀਆਂ ਮਿਲਾਂ ਨਾਲ ਗੱਲ ਹੋ ਗਈ, 7 ਸਤੰਬਰ ਤੋਂ ਪਹਿਲਾਂ ਉਹ ਵੀ ਨਿਬੜ ਜੂ। ਆ ਕੱਲ ਹੀ ਹਜੇ 2.5 ਕਰੋੜ ਇਹਨਾਂ ਨੇ ਪਾਇਆ ਧੂਰੀ ਵਾਲਿਆਂ ਨੇ, ਤੇ ਇਹਨਾਂ ਦਾ ਜਿੰਨਾ ਵੀ ਰਹਿੰਦਾ 7 ਸਤੰਬਰ ਤੋਂ ਪਹਿਲਾਂ ਉਹ ਪੈਸੇ ਆ ਜਾਣਗੇ। ਸਿਰਫ ਇੱਕ ਮਿੱਲ ਫਗਵਾੜੇ ਵਾਲੀ ਜਿਹਨੂੰ ਛੱਡ ਕੇ ਉਹ ਭੱਜ ਗਏ ਇੰਗਲੈਂਡ, ਉਹਦਾ 72 ਕਰੋੜ ਰੁਪਈਆ ਰਹਿੰਦਾ ਵੀਰੋ। 72 ਕਰੋੜ ਚੋਂ 20 ਕਰੋੜ ਦੀ ਉਹਨਾਂ ਦੀ ਜ਼ਮੀਨ ਹੈ ਸਾਡੇ ਕੋਲੇ ਫਤਿਆਬਾਦ 'ਚ, ਉਹ ਵੇਚ ਦਾਂਗੇ। ਰਹਿ ਗਿਆ 52 ਕਰੋੜ, 8 ਕਰੋੜ ਰੁਪਏ ਦੀ ਉਹਨਾਂ ਕੋਲੇ ਖੰਡ ਪਈ ਹੈ, ਉਹ ਵੀ ਵੇਚ ਦਾਂਗੇ। ਰਹਿ ਗਿਆ 44 ਕਰੋੜ। 44 ਕਰੋੜ ਦਾ ਝਗੜਾ ਰਹਿੰਦਾ, ਉਹ ਅਸੀਂ ਸੈਂਟਰ ਨਾਲ ਗੱਲ ਕਰਕੇ ਉਹਨਾਂ ਨੂੰ ਭਾਵੇਂ ਜਿਵੇਂ ਮਰਜ਼ੀ ਬੁਲਾਈਏ, ਉਹਨਾਂ ਦਾ ਨੋਟਿਸ ਨੂੰ ਜਾਰੀ ਕਰਕੇ ਹੋਰ ਕੋਈ ਪੈਸਾ ਗੰਨੇ ਦੇ ਬੀਜਣ ਵਾਲੇ ਕਿਸਾਨਾਂ ਦਾ ਨਹੀਂ ਰਹੂਗਾ। ਭਵਿੱਖ ਦੇ ਵਿੱਚ ਵੀ ਇਹੋ ਜਿਹੀ ਕੋਸ਼ਿਸ਼ ਕੀਤੀ ਜਾਊਗੀ ਕਿ ਟਰਾਲੀ ਜਦੋਂ ਲਾ ਕੇ ਉਹ ਮਿੱਲ 'ਚ ਆਉਣ, ਉਦੋਂ 14 ਦਿਨ ਤੋਂ ਪਹਿਲਾਂ ਯਾਨੀ ਕਿ ਅਗਲੀ ਟਰਾਲੀ ਭਰਨ ਤੋਂ ਪਹਿਲਾਂ ਉਹਨਾਂ ਨੂੰ ਪੈਸੇ ਮਿਲ ਜਾਣ, ਤਾਂ ਗੰਨੇ ਦਾ ਜਿਹੜਾ ਕਿਸਾਨ ਹੈ ਉਹ ਬਚੂਗਾ। ਕਿਉਂਕਿ ਗੰਨਾ ਸਾਲ ਦੀ ਇੱਕੋ ਹੀ ਫਸਲ ਹੈ, ਜੇ ਉਹਦੇ ਵੀ ਪੈਸੇ ਨਾ ਮਿਲਣ ਤਾਂ ਫਿਰ ਉਹ ਕਿਤੇ ਨਾ ਕਿਤੇ ਝੋਨੇ ਵੱਲ ਜਾਂ ਕਿਤੇ ਹੋਰ ਜਾਊਗਾ, ਫਿਰ ਉਹੀ ਬਿਜਲੀ ਦਾ ਖਰਚਾ ਤੇ ਪਾਣੀ ਦਾ ਉਹ ਚੱਲੂਗਾ। ਸੋ ਇਸ ਕਰਕੇ ਫਸਲਾਂ ਨੂੰ ਬਚਾਉਣ ਦੀ ਅਸੀਂ ਬਦਲਾਉਣ ਦੀ ਅਸੀਂ ਸਕੀਮ ਜਿਹੜੀ ਹੈ ਉਹ ਚਲਾ ਰਹੇ ਹਾਂ। ਤੇ ਬਾਕੀ ਮੁੱਖ ਮੰਤਰੀ ਦੇ ਦਫ਼ਤਰ ਜਿਹੜਾ ਉਹ ਧੂਰੀ 'ਚ ਇੱਕ ਖੁੱਲੂਗਾ, ਸੰਗਰੂਰ 'ਚ ਵੀ ਦਫ਼ਤਰ ਖੁੱਲੂਗਾ। ਹਰੇਕ ਐਮਐਲਏ ਦਾ ਇੱਕ ਦਫ਼ਤਰ ਜ਼ਿਲ੍ਹੇ 'ਚ ਤੇ ਹਰੇਕ ਐਮਐਲਏ ਦੇ ਵਿਧਾਨ ਸਭਾ ਹਲਕੇ 'ਚ ਹੋਊਗਾ। ਆਪਾਂ ਖੱਜਲ ਖੁਆਰੀਆਂ ਤੋਂ ਬਚਾਉਣ ਲਈ ਇੱਥੇ ਹੀ ਤੁਹਾਡੇ ਕੋਲੇ ਅਫਸਰ ਬੈਠਣਗੇ। ਤੁਸੀਂ ਜਿਹੜੀ ਮਰਜ਼ੀ ਧੂਰੀ ਦੇ ਇਲਾਕੇ ਦੀ ਕੋਈ ਸਮੱਸਿਆ ਦਫ਼ਤਰ 'ਚ ਦੱਸ ਦਿਓ। ਮੈਥੋਂ ਹਰ ਰੋਜ਼ ਦੇਖੋ ਆਇਆ ਨਹੀਂ ਜਾਣਾ, ਕਿਉਂਕਿ ਸਾਰੇ ਪੰਜਾਬ ਦੀ ਜ਼ਿੰਮੇਵਾਰੀ ਹੈ, ਪਰ ਇੱਥੇ ਕੋਈ ਨਾ ਕੋਈ ਸਾਡੇ ਟੀਮ 'ਚੋਂ ਇੱਥੇ ਬੰਦਾ ਬੈਠੂਗਾ, ਉਹ ਨਾਲ ਦੀ ਨਾਲ ਕੰਪਿਊਟਰ 'ਚ ਫੀਡ ਕਰਕੇ ਸਿੱਧਾ ਜਿਹੜੇ ਵੀ ਮਹਿਕਮੇ ਦਾ ਉਹ ਕੰਮ ਹੈ ਉੱਥੇ ਜਾਊਗਾ, ਤੇ ਨਾਲ ਦੀ ਨਾਲ ਤੁਹਾਨੂੰ ਸ਼ਾਮ ਤੱਕ ਜਾਂ ਅਗਲੇ ਦਿਨ ਤੱਕ ਫੀਡਬੈਕ ਆਊਗੀ ਕਿ ਭਾਈ ਆਹ ਕਾਗਜ਼ ਘੱਟ ਹੈ, ਆਹ ਕਾਗਜ਼ ਦੇ ਜੋ। ਉਹ ਦੂਜਾ ਕੰਮ ਬੰਦ ਕਰ ਦੇਣਾ ਆਪਾਂ, ਜਿਹੜਾ ਪਹਿਲਾਂ ਜਥੇਦਾਰਾਂ ਨੇ ਨਹੀਂ ਚਲਾਇਆ। ਜਥੇਦਾਰਾਂ ਨੇ ਪਿੰਡਾਂ 'ਚ ਆਪਾਂ ਕਹਿੰਦੇ ਯਾਰ ਕੰਮ ਹੈ ਬਈ, ਹੁਣ ਤੇਰੇ ਕਹੇ ਤੇ ਵੋਟਾਂ ਪਾਈਆਂ ਸੀ, ਲੈ ਚੱਲ ਉੱਥੇ। ਉਹ ਉਹੀ 3 ਦਿਨ ਤਾਂ ਉਹੀ ਲਾਉਂਦਾ, ਉਹ ਹਜੇ ਗੱਲ ਨਹੀਂ ਹੋਈ, 3 ਦਿਨਾਂ ਬਾਅਦ ਚੱਲਾਂਗੇ, ਕੋਈ ਨਹੀਂ। ਤੀਜੇ ਦਿਨ ਕਹਿੰਦਾ ਲੈ ਕਾਰ ਕਰਾ ਲਾ, ਫਿਰ ਕਾਰ ਕਰਾ ਲਈ। ਚੱਲ ਨੰਬਰਦਾਰ ਨੂੰ ਵੀ ਨਾਲ ਹੀ ਲੈ ਚੱਲਦੇ, ਚੱਲ ਨੰਬਰਦਾਰ ਹੱਥ ਨੂੰ ਮੁੜ ਆਵਾਂਗੇ। ਬਹਿ ਗਏ 8 ਜਾਣੇ ਗਏ। ਰੋਟੀ ਤਾਂ ਰੋਕ ਲਓ, ਇੱਥੇ ਵਧੀਆ ਬਣਦੀ ਹੈ, ਇੱਥੇ ਰੋਟੀ ਰੋਕੋ, ਰੋਟੀ ਵੀ ਖਾ ਲਈ, ਠੀਕ ਹੈ। ਜਦੋਂ ਬਿੱਲ ਜੇ ਦੇਣ ਦੀ ਵਾਰੀ ਆਈ ਉਦੋਂ ਪਿਸ਼ਾਬ ਕਰਨ ਚਲੇ ਜਾਂਦੇ ਨੇ। ਤੇ ਉਸ ਤੋਂ ਬਾਅਦ ਜਦੋਂ ਉੱਥੇ ਜਾਂਦੇ ਨੇ ਮੰਤਰੀ ਦੇ, ਕਹਿੰਦੇ ਤੁਸੀਂ ਬਾਹਰ ਬੈਠੋ, ਮੈਨੂੰ ਇਕੱਲੇ ਨੂੰ ਮਿਲ ਲੈਣ ਦਿਓ। ਬੰਦਾ ਇਕੱਲਾ ਅੰਦਰ ਚਲਾ ਜਾਂਦਾ ਹੈ। ਅੰਦਰ ਭਾਵੇਂ ਮੰਤਰੀ ਨੇ ਗਾਲਾਂ ਕੱਢੀਆਂ ਹੋਣ ਵੀ ਕਿੱਧਰ ਮੂੰਹ ਚੱਕਿਆ ਤੂੰ ਯਾਰ, ਤੀਜੇ ਦਿਨ ਆ ਜਾਣਾ ਹੈ। ਬਾਹਰ ਆ ਕੇ ਕਹਿੰਦਾ ਲੈ ਗੱਲ ਬਣ ਗਈ ਤੁਹਾਡੀ, ਗੁਰਦੇਵ ਤੇਰਾ ਨਾਂ ਤਾਂ ਉਹਨੇ ਖਾਸ ਤੌਰ ਤੇ ਲਿਆ ਸੀ, ਕਹਿੰਦਾ ਕੰਮ ਤਾਂ ਹੋਊਗਾ ਹੀ ਹੋਊਗਾ, ਕੰਮ ਆਪਣਾ ਬਣ ਗਿਆ, ਚਲੋ ਚੱਲੀਏ। ਜਾਂਦੇ ਕਹਿੰਦੇ ਨੇ ਫਿਰ ਹੱਥੇ ਠੇਕੇ ਤੋਂ 2 ਬੋਤਲਾਂ ਲੈ ਲਓ। ਫਿਰ ਕਹਿੰਦੇ ਨੇ ਚੱਲ ਫਿਰ ਇੱਥੇ ਜੇ ਚਿਕਨ ਚੁੱਕਣ ਦਾ ਪ੍ਰਬੰਧ ਕਰ ਲਓ। ਉਹ ਗੇੜਾ 10 ਤੋਂ 15,000 ਚ ਪੈਂਦਾ ਜੀ, ਪੈਂਦਾ ਨਾ, ਝੂਠ ਤਾਂ ਨਹੀਂ ਬੋਲਦਾ ਮੈਂ। ਉਹ ਗੇੜੇ ਬੰਦ ਕਰਨੇ ਆ ਚੰਡੀਗੜ੍ਹ ਵਾਲੇ, ਜਿਹੜੇ 15,000 ਚ ਪੈਂਦੇ ਆ। ਇੱਥੇ ਆਓ, ਆਪਦੀ ਅਰਜ਼ੀ ਫੜਾਓ, ਕੰਮ ਤੁਹਾਡਾ ਹੋ ਗਿਆ। ਜਦੋਂ ਅਸੀਂ ਵੋਟਾਂ ਮੰਗਦੇ ਹਾਂ ਤਾਂ ਤੁਹਾਡੇ ਘਰ ਆਉਂਦੇ ਅਸੀਂ ਵੀ ਵੋਟਾਂ ਪਾਓ, ਜਦੋਂ ਜਿੱਤ ਜਾਂਦੇ ਉਦੋਂ ਕਹਿੰਦੇ ਚੰਡੀਗੜ੍ਹ ਆਓ। ਇਹ ਕਿਵੇਂ ਹੋ ਜਾਊਗਾ? ਸਰਕਾਰ
ਤੁਹਾਡੇ ਦੁਆਰ ਸਰਕਾਰ ਤੁਹਾਡੇ ਦਰਾਂ ਤੇ ਆਊਗੀ, ਤੁਸੀਂ ਸਰਕਾਰ ਦੇ ਮਾਲਕ ਹੋ। ਸੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ मैं मेरे MLA साहिबान ਜਾਂ ਮੇਰੇ ਵਲੰਟੀਅਰ ਜਿੰਨੇ ਨੇ ਉਹਨਾਂ ਨੂੰ ਇੱਕ ਹੋਰ ਬੇਨਤੀ ਕਰਦਾ, ਥੋੜਾ ਜਿਹਾ ਸੰਜਮ ਨਾਲ ਕੰਮ ਲਿਆ ਕਰੋ। ਸਰਕਾਰ ਹੈ ਆਪਣੀ, ਹੁਣ ਕਿਸੇ ਨੂੰ ਅਫਸਰ ਨੂੰ ਕਿਸੇ ਨੂੰ ਝਿੜਕਣ ਵਾਲੀ ਜਿਹੜੇ ਕੰਮ ਨੇ ਉਹ ਥੋੜਾ ਜਿਹਾ ਸੰਜਮ ਤੋਂ ਕੰਮ ਲਓ। ਅਫਸਰਾਂ ਨਾਲ ਪਿਆਰ ਨਾਲ ਗੱਲ ਕਰੋ। ਜੇ ਉਹਨਾਂ ਨੂੰ ਕੋਈ ਦੇਖੋ, ਉਹਨਾਂ ਦਾ ਕਸੂਰ ਨਹੀਂ ਕੋਈ, ਸਿਸਟਮ ਉਹਨਾਂ ਨੂੰ ਕੰਮ ਨਹੀਂ ਕਰਨ ਦਿੰਦਾ। ਜੇ ਹੁਣ ਆਪਾਂ ਕਹੀਏ ਵੀ ਸਕੂਲ 'ਚ ਜਿਹੜੇ ਨੇ ਉਹ ਟੀਚਰ ਹੀ ਜ਼ਿੰਮੇਵਾਰ ਨੇ, ਨਹੀਂ, ਉੱਥੇ ਬੱਚਿਆਂ ਦੇ ਪੜ੍ਹਾਉਣ ਵਾਲਾ ਮਾਹੌਲ ਹੀ ਹੈ ਨਹੀਂ, ਬੈਠਣ ਨੂੰ ਬੈਂਚ ਹੈ ਨਹੀਂ, ਪੀਣ ਨੂੰ ਪਾਣੀ ਹੈ ਨਹੀਂ, ਬਾਥਰੂਮ ਹੈ ਨਹੀਂ, ਪੋਸਟਾਂ ਹੈ ਨਹੀਂ। ਫਿਰ ਹਾਈ ਸਕੂਲ ਦੇ ਰਜਿਸਟਰ ਵੀ ਲੈ ਕੇ ਜਾਣੇ ਨੇ, ਫਿਰ ਪਤਾ ਨਹੀਂ ਹੋਰ ਕਿਹੜੇ ਕਿਹੜੇ ਕੰਮ ਟੀਚਰਾਂ ਤੋਂ। ਕਰੋਨਾ ਵੇਲੇ ਤਾਂ ਬਾਰਡਰਾਂ ਤੇ ਵੀ ਡਿਊਟੀਆਂ ਲਾਤੀਆਂ ਵੀ ਚੈੱਕ ਕਰੋ ਵੀ ਕਿਹਨੂੰ ਕਿਹਨੂੰ ਕਰੋਨਾ ਹੈ। ਅਸੀਂ ਫੈਸਲਾ ਕੀਤਾ ਪੰਜਾਬ ਦੇ ਵਿੱਚ ਜਿੰਨੇ ਵੀ ਟੀਚਰ ਹੋਣਗੇ ਉਹਨਾਂ ਤੋਂ ਪੜ੍ਹਾਈ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਲਿਆ ਜਾਊਗਾ। ਅੱਗੇ ਜਨਗਣਨਾ ਆਉਣੀ ਹੈ, ਜਨਗਣਨਾ ਆਊਗੀ ਹੁਣ, ਸੈਂਸਸ ਕਹਿੰਦੇ ਅੰਗਰੇਜ਼ੀ 'ਚ, ਜਨਗਣਨਾ। ਜਨਗਣਨਾ ਵਾਸਤੇ ਸਾਨੂੰ ਡਿਪਾਰਟਮੈਂਟ ਕਹਿੰਦਾ ਸੈਂਟਰ ਦਾ 68,000 ਟੀਚਰ ਦੇ ਦਿਓ। ਅਸੀਂ ਕਿਹਾ ਅਸੀਂ ਨਹੀਂ ਦਿੰਦੇ। ਕਹਿੰਦੇ ਫਿਰ ਕਿਵੇਂ ਕਰਾਂਗੇ? ਅਸੀਂ ਕਿਹਾ 68,000 ਮੁੰਡੇ ਕੁੜੀਆਂ ਪੜ੍ਹੇ ਲਿਖੇ BA MA MSc ਦੇ ਦਿੰਦੇ ਆ। 1 ਮਹੀਨਾ ਦੀ ਰਿਹਰਸਲ ਕਰਾ ਲਓ, 3 ਮਹੀਨੇ ਜਨਗਣਨਾ ਚੱਲੂਗੀ, ਇੰਨੇ ਪੈਸੇ ਤਨਖਾਹ ਜਿਹੜੀ ਆ ਉਹਨਾਂ ਨੂੰ ਦਿਓ। ਅਸੀਂ ਤਾਂ ਆਪਦੇ ਟੀਚਰਾਂ ਨੂੰ ਪੜ੍ਹਾਈ ਸਕੂਲੋਂ ਬਾਹਰ ਕੱਢਣੀ। ਨਾਲੇ 68,000 ਮੁੰਡੇ ਕੁੜੀਆਂ ਨੂੰ 3-4 ਮਹੀਨਿਆਂ ਵਾਸਤੇ ਵੀ ਕੰਮ ਮਿਲੂਗਾ, ਟ੍ਰੇਨਿੰਗ ਹੋਊਗੀ, ਉਹਨਾਂ ਦਾ ਰੈਜ਼ਮੇ ਵਧੀਆ ਬਣੂਗਾ ਕਿ ਅਸੀਂ ਭਾਰਤ ਦੀ ਜਨਗਣਨਾ 'ਚ ਹਿੱਸਾ ਲਿਆ ਹੋਇਆ, ਦੁਨੀਆ ਦਾ ਸਭ ਤੋਂ ਵੱਡਾ ਦੇਸ਼। ਇਹ ਅੱਗੇ ਜਾ ਕੇ ਸਰਟੀਫਿਕੇਟ ਉਹਨਾਂ ਦੇ ਨੌਕਰੀਆਂ 'ਚ ਕੰਮ ਆਉਣਗੇ। ਆਹ ਗੱਲਾਂ ਸੋਚਦੇ ਹਾਂ ਅਸੀਂ ਕਿ ਗਾਹਾਂ ਕਿਵੇਂ ਲੈ ਕੇ ਜਾਣਾ ਦੇਸ਼ ਨੂੰ। ਇਹ ਨਹੀਂ ਹੈਗਾ ਕਿ ਅਸੀਂ ਪਿੱਛੇ ਉਹਨੇ ਐਂ ਕਰਤਾ ਜੀ, ਐਂ ਕਿਉਂ ਨਹੀਂ ਕਹਿੰਦਾ ਜੀ, ਉਹ ਨਹੀਂ ਕਰਦਾ। ਇਹਨਾਂ ਤੇ ਯਕੀਨ ਨਾ ਕਰਿਓ, ਇਹਨਾਂ ਕੋਲੇ ਕੱਖ ਨਹੀਂ। ਉਹ ਕਹਿੰਦੇ ਸੁਖਬੀਰ ਬਾਦਲ ਨੇ ਢਾਂਚਾ ਭੰਗ ਕਰਤਾ। ਮੈਂ ਕਿਹਾ ਢਾਂਚਾ ਹੈ ਕਿੱਥੇ ਸੀ? ਢਾਂਚਾ ਹੈ ਕਿੱਥੇ ਹੈ? ਇੱਥੇ ਤੁਸੀਂ ਦੇਖਦੇ ਹੋਵੋਗੇ ਟਿਕਟਾਂ ਦੇਣ ਨੂੰ ਤਾਂ ਬੰਦੇ ਨਹੀਂ ਲੱਭਦੇ। ਇਹ ਵਕਤ ਹੈ ਜੀ, ਵਕਤ ਬਹੁਤ ਵੱਡੀ ਚੀਜ਼ ਹੈ। ਕਹਿੰਦੇ ਸੀ ਨਾ ਰਾਜ ਕਰਾਂਗੇ 25 ਸਾਲ, ਅੱਜ ਕਿੱਥੇ ਨੇ? ਵਕਤ। ਡਰੋ, ਉਸ ਵਕਤ ਤੋਂ ਡਰੋ। ਇਹ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਹੈ ਵਕਤ, ਭਿਖਾਰੀਆਂ ਦੇ ਸਿਰ ਤੇ ਤਾਜ ਟਿਕਾ ਦਿੰਦਾ ਹੈ ਵਕਤ। ਵਕਤ ਬਹੁਤ ਵੱਡੀ ਚੀਜ਼ ਹੈ। ਸੋ ਇਸ ਕਰਕੇ ਜਦੋਂ ਸੱਤਾ ਦੇ ਨਸ਼ੇ 'ਚ ਕੋਈ ਅੰਨੇ ਹੋ ਜਾਣ, ਜ਼ੁਲਮ ਕਰਨ ਲੱਗ ਜਾਣ ਲੋਕਾਂ ਤੇ, ਫਿਰ ਲੋਕਾਂ ਦੇ ਤੀਜੀ ਅੱਖ ਲੱਗ ਜਾਂਦੀ ਹੈ। ਫਿਰ ਉਹ ਅੰਨੇ ਹੋ ਜਾਂਦੇ ਨੇ, ਲੋਕਾਂ ਦੇ ਤੀਜੀ ਅੱਖ ਲੱਗ ਜਾਂਦੀ ਹੈ। ਲੋਕ ਫਿਰ ਤੀਜੀ ਅੱਖ ਨਾਲ ਦੇਖ ਕੇ, ਤੀਜੇ ਨੇਤਰ ਨਾਲ ਦੇਖ ਕੇ ਫਿਰ ਫੈਸਲਾ ਕਰਦੇ ਨੇ। ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ। ਹਜੇ ਤੱਕ ਕਾਂਗਰਸ ਤੇ ਅਕਾਲੀਆਂ ਨੂੰ ਅੱਧਿਆਂ ਨੂੰ ਤਾਂ ਯਕੀਨ ਹੀ ਨਹੀਂ ਹੋਇਆ ਵੀ ਅਸੀਂ ਸਰਕਾਰ 'ਚ ਨਹੀਂ ਰਹੇ। ਕਈ ਵਾਰੀ ਉਹੀ 2-3 ਤਾਂ ਸਾਡੇ ਘਰੇ ਉਹੀ ਆ ਜਾਂਦੇ, ਉਹ ਅੱਛਾ ਇੱਧਰ ਨਹੀਂ ਆਉਣਾ ਸੀ, ਉੱਧਰ ਜਾਣਾ ਸੀ। ਅਸੀਂ ਕਿਹਾ ਤੁਸੀਂ ਇੱਥੇ ਨਹੀਂ ਹੈਗੇ, ਇੱਥੋਂ ਕੱਢਤੇ ਤੁਸੀਂ, ਹੁਣ ਉੱਧਰ ਜਾਓ ਜਿੱਧਰ। ਅੱਛਾ ਗਲਤੀ ਨਾਲ। ਸੋ ਉਹੀ ਗੱਲ ਹੈ ਨਾ, ਜਿਵੇਂ ਕਿਵੇਂ ਆਪਾਂ ਕਿਤੇ ਆਪਣੇ ਕੋਈ ਪਿੰਡ ਵਾਲੇ ਕਿਸੇ ਝੋਟੇ ਨੂੰ ਛੱਡੇ ਆਉਂਦੇ ਨੇ, ਉਹਦੀਆਂ ਅੱਖਾਂ ਬੰਨ੍ਹ ਕੇ ਨਾ, ਉਹ 5 ਪਿੰਡ ਛੱਡੇ ਆਉਂਦੇ ਨੇ। ਉਹ ਹਜੇ ਬਾਅਦ 'ਚ ਆਉਂਦੇ ਨੇ, ਝੋਟਾ ਪਹਿਲਾਂ ਖੜਾ ਹੁੰਦਾ ਪਿੰਡ ਵਾਪਸ ਉੱਥੇ। ਸੋ ਇਸ ਕਰਕੇ ਕੱਢੇ ਤਾਂ ਤੁਸੀਂ ਹੈਗੇ ਨੇ, ਅਜੇ ਥੋੜਾ ਟਾਈਮ ਲੱਗੂਗਾ। ਸੋ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਚਲੋ ਥੋੜੇ ਚਿਰ ਬਾਅਦ ਹੀ ਸਹੀ ਤੁਹਾਡੇ ਚਿਹਰਿਆਂ ਤੇ ਥੋੜੀ ਜਿਹੀ ਮੁਸਕਰਾਹਟ ਆ ਰਹੀ ਹੈ। ਔਰ ਇਸ ਮੁਸਕਰਾਹਟ ਨੂੰ ਤਰੱਕੀਆਂ ਰਾਹੀਂ, ਇਸ ਮੁਸਕਰਾਹਟ ਨੂੰ ਨੌਕਰੀਆਂ ਰਾਹੀਂ, ਇਸ ਮੁਸਕਰਾਹਟ ਨੂੰ ਵਪਾਰ ਨੂੰ ਵਧਾ ਕੇ, ਇਸ ਮੁਸਕਰਾਹਟ ਨੂੰ ਮਜ਼ਦੂਰਾਂ ਨੂੰ ਉਹਨਾਂ ਦੇ ਹੱਕ ਦੇ ਕੇ, ਮੁਲਾਜ਼ਮਾਂ ਨੂੰ ਉਹਨਾਂ ਦੇ ਹੱਕ ਦੇ ਕੇ ਅਸੀਂ ਇਸ ਮੁਸਕਰਾਹਟ ਨੂੰ ਕਾਇਮ ਰੱਖਾਂਗੇ। ਅੱਜ ਲਈ ਮੇਰੇ ਵੱਲੋਂ ਇੰਨੀ ਹਾਜ਼ਰੀ ਕਬੂਲ ਕਰ ਦਿਓ। ਦੋਨੇ ਹੱਥ ਚੱਕ ਕੇ 2 ਨਾਰੇ ਲਾ ਦਿਓ, ਇਨਕਲਾਬ ਬੋਲੇ ਸੋਨਿਹਾ।